ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦਾਸੀ ਸੰਪਰਦਾਵਾਂ ਦੇ ਵਿੱਚੋਂ ਇੱਕ ਸੰਪਰਦਾ ਹੈ ਜਿਸ ਦੇ ਸਾਧੂ ਆਪਣੇ ਆਪ ਨੂੰ ਮੀਹਾਂ ਸ਼ਾਹੀਏ ਜਾਂ ਮੀਹਾਂ ਦਾਸੀਏ ਅਖਵਾਉਂਦੇ ਹਨ ਅਤੇ ਇਹ ਲੋਕ ਆਪਣੀ ਸੰਪਰਦਾ ਦਾ ਸਬੰਧ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਜੋੜਦੇ ਹਨ। ਦੱਸਦੇ ਹਨ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਧਮਤਾਨ ਨਗਰ ਵਿਖੇ ਠਹਿਰੇ ਸਨ ਤਾਂ ਉਸ ਵੇਲੇ ਸਾਡੀ ਸੰਪਰਦਾ ਦਾ ਮੁਖੀ, ਜਿਸ ਦਾ ਨਾਮ ਭਾਈ ਰਾਮਦੇਵ ਸੀ, ਜੋ ਕਿ ਨੰਦ ਲਾਲ ਸੋਹਣੇ ਦਾ ਪੁੱਤਰ ਸੀ, ਇਹ ਜਲ ਢੋਣ ਦੀ ਅਣਥੱਕ ਸੇਵਾ ਕਰਦਾ ਸੀ। ਹਰ ਵੇਲੇ ਜਲ ਢੋਣ ਦੀ ਸੇਵਾ ਦੇ ਵਿੱਚ ਮਸਤ ਰਹਿਣਾ, ਕਦੇ ਲੰਗਰ ਵਾਸਤੇ ਜਲ ਦੀ ਗਾਗਰ ਭਰ ਕੇ ਲੈ ਕੇ ਆਉਣਾ, ਕਦੇ ਜਲ ਲੈ ਕੇ ਉਸ ਦਾ ਛਿੜਕਾਅ ਕਰਦੇ ਰਹਿਣਾ। ਔਰ ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਦਾ ਨਾਮ ਹੀ ਭਾਈ ਮੀਹਾਂ ਰੱਖ ਦਿੱਤਾ, ਬਈ ਤੁਸੀਂ ਤੇ ਪਾਣੀ ਦਾ ਮੀਂਹ ਵਰਾ ਦਿੰਦੇ ਹੋ। ਔਰ ਇਸ ਨੂੰ ਸਤਿਗੁਰਾਂ ਨੇ ਇੱਕ ਨਗਾਰਾ, ਇੱਕ ਨਿਸ਼ਾਨ, ਇੱਕ ਦੱਖਣੀ ਬਲਦ ਦੇ ਕੇ ਇਸ ਨੂੰ ਸਿੱਖੀ ਦਾ ਪ੍ਰਚਾਰਕ ਥਾਪਿਆ, ਇਸ ਨੂੰ ਮਹੰਤ ਬਣਾ ਦਿੱਤਾ। ਇਹ ਇਸ ਸੰਪਰਦਾ ਦੇ ਲੋਕ ਆਪਣੀ ਸੰਪਰਦਾ ਦਾ ਇਤਿਹਾਸ ਦੱਸਦੇ ਹਨ। ਪਰ ਜਦੋਂ ਇਸੇ ਪ੍ਰਸੰਗ ਨੂੰ ਕਵੀ ਸੰਤੋਖ ਸਿੰਘ ਦੇ ਲਿਖੇ ਹੋਏ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਵੀ ਸੰਤੋਖ ਸਿੰਘ ਜਿੱਥੇ ਗੁਰੂ ਸਾਹਿਬਾਨਾਂ ਦਾ ਸਕਾ ਨਹੀਂ ਬਣਿਆ, ਉੱਥੇ ਗੁਰੂ ਕੇ ਸਿੱਖਾਂ ਦਾ ਵੀ ਸਕਾ ਨਹੀਂ ਹੋ ਸਕਿਆ। ਜਿੱਥੇ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਉਸਨੇ ਮਨ ਘੜਤ ਕਹਾਣੀਆਂ ਜੋੜ ਕੇ ਸਤਿਗੁਰਾਂ ਦੇ ਜੀਵਨ ਨੂੰ ਇੱਕ ਮਿਥਿਹਾਸ ਦੀ ਤਰ੍ਹਾਂ ਬਣਾ ਕੇ ਪੇਸ਼ ਕੀਤਾ ਔਰ ਸਤਿਗੁਰਾਂ ਦੇ ਜੀਵਨ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹਾਸੋਹੀਣਤਾ ਦਾ ਪਾਤਰ ਬਣਾਇਆ। ਬਿਲਕੁਲ ਉਸੇ ਤਰੀਕੇ ਦੇ ਨਾਲ ਇਹੋ ਜਿਹੀਆਂ ਕਥਾ ਕਹਾਣੀਆਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਕੇ ਸਿੱਖਾਂ ਦੇ ਨਾਵਾਂ ਦੇ ਨਾਲ ਵੀ ਮੜ ਦਿੱਤੀਆਂ, ਜੋ ਕਿ ਪ੍ਰਚਾਰੀਆਂ ਗਈਆਂ, ਲਿਖੀਆਂ ਗਈਆਂ ਸ਼ਰਧਾ ਦੇ ਨਾਮ ਦੇ ਉੱਤੇ। ਪਰ ਜਦੋਂ ਵੀ ਕੋਈ ਸਿਆਣਾ ਬੰਦਾ, ਕੋਈ ਥੋੜ੍ਹਾ ਜਿਹਾ ਤਰਕ ਕਰਨ ਵਾਲਾ ਬੰਦਾ, ਕੋਈ ਅਕਲ ਵਰਤਣ ਵਾਲਾ ਬੰਦਾ ਉਹਨਾਂ ਕਹਾਣੀਆਂ ਨੂੰ ਪੜ੍ਹਦਾ ਹੈ ਤੇ ਉਸ ਨੂੰ ਪਤਾ ਚੱਲਦਾ ਹੈ ਇਹਨਾਂ ਕਹਾਣੀਆਂ ਦੀ ਰਾਹੀਂ ਗੁਰੂ ਕੇ ਸਿੱਖਾਂ ਦੀ ਜਾਂ ਗੁਰੂ ਸਾਹਿਬਾਨਾਂ ਦੀ ਵਡਿਆਈ ਨਹੀਂ ਕੀਤੀ ਗਈ, ਬਲਕਿ ਉਹਨਾਂ ਦੇ ਜੀਵਨ ਨੂੰ ਸੰਸਾਰ ਦੀਆਂ ਨਜ਼ਰਾਂ ਦੇ ਵਿੱਚ ਹਾਸੋਹੀਣਾ ਬਣਾ ਕੇ ਪੇਸ਼ ਕੀਤਾ ਗਿਆ ਹੈ। ਹੁਣ ਜਦੋਂ ਭਾਈ ਮੀਹਾਂ ਦਾ ਜੀਵਨ ਕਵੀ ਸੰਤੋਖ ਸਿੰਘ ਦੀ ਇਸ ਲਿਖਤ ਦੇ ਵਿੱਚੋਂ ਪੜ੍ਹਦੇ ਹਾਂ, ਬਹੁਤ ਲੰਬਾ ਚੌੜਾ ਪ੍ਰਸੰਗ ਹੈ। 11ਵੀਂ ਰਾਸ ਦਾ 42ਵਾਂ ਅਧਿਆਇ ਹੈ। ਉਹਦੇ ਵਿੱਚੋਂ ਕੁਝ ਕੁ ਪੰਕਤੀਆਂ ਨੇ ਜਿਹੜੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਰਾਸ 11ਵੀਂ ਅਧਿਆਇ 42ਵਾਂ ਔਰ ਸਰਲੇਖ ਲਿਖਿਆ ਹੋਇਆ ਹੈ ਮੀਹਾਂ ਦੀ ਕਾਲ। ਇਸ ਦੇ ਜਦੋਂ 7ਵੇਂ ਕੋ ਅੰਕ ਦੇ ਉੱਪਰ ਤੁਸੀਂ ਪੜ੍ਹਦੇ ਹੋ, ਉੱਥੇ ਬਚਨ ਆਉਂਦੇ ਨੇ, ਗਾਗਰ ਕੋ ਸਿਰ ਪਰ ਧਰ ਲਿਆਵੈ, ਦੇ ਕਰ ਤਿਸ ਕੋ ਔਰ ਲਿਜਾਵੈ। ਕਿ ਭਾਈ ਮੀਹਾਂ ਆਪਣੇ ਸਿਰ ਦੇ ਉੱਤੇ ਪਾਣੀ ਦੀ ਗਾਗਰ ਭਰ ਕੇ ਲੈ ਕੇ ਆਉਂਦਾ ਹੈ, ਇੱਕ ਰੱਖ ਦਿੰਦਾ ਹੈ ਔਰ ਦੂਸਰੀ ਗਾਗਰ ਲੈ ਕੇ ਪਾਣੀ ਲੈਣ ਵਾਸਤੇ ਚਲਿਆ ਜਾਂਦਾ ਹੈ। ਜਲ ਕੀ ਤੋਟ ਨਾ ਹੋਣੇ ਪਾਵੈ, ਨਿਸ ਮਹਿ ਤਮ ਹੋਏ ਤੋ ਭਰ ਲਿਆਵੈ। ਕਦੇ ਵੀ ਉਹ ਕਿਸੇ ਕਿਸਮ ਦੀ ਪਾਣੀ ਦੀ ਤੋਟ ਜਿਹੜੀ ਹੈ ਨਹੀਂ ਆਉਣ ਦਿੰਦਾ, ਭਾਵੇਂ ਰਾਤ ਦਾ ਹਨੇਰਾ ਵੀ ਹੋਵੇ ਤਾਂ ਵੀ ਉਹ ਪਾਣੀ ਢੋਣ ਦੀ ਸੇਵਾ ਕਰਦਾ ਹੈ। ਬਸ ਇੱਕ ਸੇਵਾ ਮਹਿ ਭਾ ਅਬਲਾਖੀ, ਅਪਰ ਨਹੀਂ ਕਿਸ ਬਿਦ ਕੋ ਕਾਂਖੀ। ਇੱਕੋ ਇੱਕ ਉਸ ਦੇ ਮਨ ਦੇ ਅੰਦਰ ਅਬਲਾਖਾ ਹੈ ਕਿ ਮੈਂ ਜਲ ਢੋਣ ਦੀ ਸੇਵਾ ਕਰਨੀ ਹੈ। ਤੇ ਸੰਤੋਖ ਸਿੰਘ ਅੱਗੋਂ ਲਿਖਦਾ ਹੈ, ਕਹਿੰਦੇ ਗਾਗਰ ਤੇ ਛਿਲ ਗਾ ਸਿਰ ਮਾਸ, ਦਿਨ ਪ੍ਰਤ ਵਧਤ ਭਇਓ ਚੌਪਾਸ। ਕਿਉਂਕਿ ਆਪਣੇ ਸਿਰ ਦੇ ਉੱਤੇ ਭਾਈ ਮੀਹਾਂ ਜਿਹੜਾ ਹੈ ਗਾਗਰ ਪਾਣੀ ਦੀ ਭਰ ਕੇ ਲੈ ਕੇ ਆਉਂਦਾ ਹੈ। ਇਸ ਵਾਸਤੇ ਹੌਲੀ ਹੌਲੀ ਕਰਦਿਆਂ ਗਾਗਰ ਦੇ ਕਾਰਨ ਉਸ ਦੇ ਸਿਰ ਦਾ ਮਾਸ ਜਿਹੜਾ ਸੀ ਉਹ ਛਿਲਿਆ ਗਿਆ ਔਰ ਸਿਰ ਦੇ ਵਿੱਚ ਜ਼ਖਮ ਹੋ ਗਿਆ ਔਰ ਸਿਰ ਦੇ ਵਿੱਚ ਹੋਇਆ ਉਹ ਜ਼ਖਮ, ਉਹ ਛਿਲਿਆ ਹੋਇਆ ਸਿਰ ਦਾ ਮਾਸ ਜਿਹੜਾ ਸੀ, ਉਹ ਜ਼ਖਮ ਜਿਹੜਾ ਸੀ ਦਿਨੋਂ ਦਿਨ ਚਾਰੇ ਪਾਸੇ ਨੂੰ ਹੋਰ ਜ਼ਿਆਦਾ ਵੱਧਦਾ ਜਾ ਰਿਹਾ ਸੀ, ਫੈਲਦਾ ਜਾ ਰਿਹਾ ਸੀ। ਫਿਰ ਸੰਤੋਖ ਸਿੰਘ 12ਵੇਂ ਪਦੇ ਦੇ ਵਿੱਚ ਜਾ ਕੇ ਲਿਖਦਾ ਹੈ ਕਿ ਕਿਤਕ ਦਿਵਸ ਬੀਤੇ ਇਸ ਭਾਂਤ, ਪਰੇ ਕਿਰਮ ਤੈ ਕਟ ਕਟ ਖਾਤ, ਕਿਸ ਕੇ ਸੰਗ ਨ ਕਬਹੂ ਕਹੈ, ਤੂਸ਼ਨ ਕਰੇ ਕਸ਼ਟ ਕੋ ਸਹੈ। ਕਿ ਕੁਝ ਦਿਨ ਜਦੋਂ ਇਸੇ ਤਰੀਕੇ ਦੇ ਨਾਲ ਭਾਈ ਮੀਹਾਂ ਨੂੰ ਸੇਵਾ ਕਰਦਿਆਂ ਹੋਇਆਂ ਬਤੀਤ ਹੋ ਗਏ
ਤਾਂ ਉਸ ਦੇ ਸਿਰ ਦੇ ਵਿੱਚ ਉਹ ਜਿਹੜਾ ਜ਼ਖਮ ਹੋਇਆ ਸੀ, ਉਸ ਜ਼ਖਮ ਦੇ ਵਿੱਚ ਕੀੜੇ ਪੈ ਗਏ, ਔਰ ਉਹ ਕੀੜੇ ਭਾਈ ਮੇਹੇ ਦੇ ਸਿਰ ਦੇ ਵਿੱਚ ਪਏ ਹੋਏ ਭਾਈ ਮੇਹੇ ਦੇ ਸਿਰ ਦਾ ਮਾਸ ਜਿਹੜਾ ਹੈ ਉਹ ਕੱਟ ਕੇ ਖਾਣ ਲੱਗ ਪਏ। ਪਰ ਭਾਈ ਮੇਹਾ ਆਪਣੀ ਇਹ ਪੀੜਾ ਕਿਸੇ ਨੂੰ ਵੀ ਨਹੀਂ ਦੱਸਦਾ ਪਿਆ, ਚੁੱਪਚਾਪ ਇਸ ਕਸ਼ਟ ਨੂੰ ਝੱਲਦਾ ਪਿਆ ਹੈ। ਉਸੇ ਤਰੀਕੇ ਦੇ ਨਾਲ ਹਰ ਵੇਲੇ ਸੇਵਾ ਕਰਨ ਦੇ ਵਿੱਚ ਮਸਤ ਰਹਿੰਦਾ ਹੈ। ਫਿਰ ਜਦੋਂ ਇਸ ਅਧਿਆਏ ਦੇ ਵਿੱਚ ਹੋਰ ਅੱਗੇ ਤੁਸੀਂ ਅੱਪੜਦੇ ਹੋ, 15ਵੇਂ ਕੋ ਪਦੇ ਦੇ ਉੱਤੇ ਪਹੁੰਚਦੇ ਹੋ, ਉੱਥੇ ਸੰਤੋਖ ਸਿੰਘ ਲਿਖਦਾ ਕਿ ਬਦਿਓ ਰਹਿ ਇਹਨੂੰ ਸਿਰ ਨੀਤ ਕਬ ਖੋਲੈ ਦ੍ਰਿੜ ਬੰਧਨ ਹੀਟ, ਕਿ ਹਰ ਵੇਲੇ ਭਾਈ ਮੇਹੇ ਦੇ ਸਿਰ ਦੇ ਉੱਪਰ ਇੱਕ ਇਹਨੂੰ ਜਿਹੜਾ ਸੀ ਉਹ ਹਰ ਵੇਲੇ ਬੱਝਾ ਰਹਿੰਦਾ ਸੀ। ਇਹਨੂੰ ਜਿਹੜਾ ਉਹ ਕੱਪੜੇ ਆਦਿਕ ਦਾ ਜਾਂ ਘਾਹ ਆਦਿਕ ਦਾ ਬਣਾ ਕੇ ਇੱਕ ਸ਼ੈ ਆਪਣੇ ਸਿਰ ਦੇ ਉੱਪਰ ਰੱਖੀ ਜਾਂਦੀ ਹੈ ਭਾਰ ਢੋਣ ਵਾਸਤੇ। ਉਹ ਇਹਨੂੰ ਭਾਈ ਮੇਹੇ ਨੇ ਆਪਣੇ ਸਿਰ ਦੇ ਉੱਤੇ ਹਰ ਵੇਲੇ ਬੰਨਿਆ ਹੋਇਆ ਹੁੰਦਾ ਸੀ। ਕਦੇ ਕਦੇ ਉਸ ਨੂੰ ਖੋਲਦਾ, ਪਰ ਖੋਲਦਾ ਇਸ ਵਾਸਤੇ ਜਦੋਂ ਕਿਧਰੇ ਢਿੱਲਾ ਹੋ ਜਾਂਦਾ ਉਸ ਨੂੰ ਹੋਰ ਜ਼ਿਆਦਾ ਫਿਰ ਉਸੇ ਤਰੀਕੇ ਦੇ ਨਾਲ ਕੱਸ ਕੇ ਬੰਨ ਲੈਂਦਾ। ਤੇ ਸੰਤੋਖ ਸਿੰਘ ਕਹਿੰਦਾ ਵੀ ਇੱਕ ਦਿਨ ਸਿਰ ਤੇ ਜਬੈ ਉਤਾਰਿਓ ਖੋਲ ਰਜੂ ਤੇ ਕਰ ਮਹਿਤਾਰਿਓ। ਇੱਕ ਦਿਨ ਜਦੋਂ ਭਾਈ ਮੇਹੇ ਨੇ ਉਹ ਇਹਨੂੰ ਆਪਣੇ ਸਿਰ ਤੋਂ ਖੋਲਿਆ, ਆਪਣੇ ਸਿਰ ਤੋਂ ਖੋਲ ਕੇ ਉਤਾਰਿਆ, ਹੇਠਾਂ ਰੱਖਿਆ ਤੇ ਦੇਖਿਆ ਕਿ ਤਿਸ ਕੇ ਸੰਗ ਕਿਰਮ ਕੁਛ ਆਏ ਦਿਖਤ ਗਿਰੇ ਅਵਨੀ ਪਰ ਜਾਏ। ਉਸ ਇਹਨੂੰ ਦੇ ਨਾਲ ਸਿਰ ਦੇ ਵਿੱਚ ਪਏ ਹੋਏ ਜਿਹੜੇ ਕੀੜੇ ਸਨ ਉਹ ਵੀ ਕੁਝ ਹੇਠਾਂ ਡਿੱਗ ਪਏ ਇਹਦੀਆਂ ਅੱਖਾਂ ਦੇ ਸਾਹਮਣੇ। ਤੇ ਸੰਤੋਖ ਸਿੰਘ ਕਹਿੰਦਾ ਕਿ ਮੇਹੇ ਕੀਨਸ ਹਿਰਦੈ ਵਿਚਾਰ ਗਿਰੇ ਇਹਾਂ ਮਰ ਹੈ ਬਿਨ ਭਾਰ। ਜਿਸ ਵੇਲੇ ਭਾਈ ਮੇਹੇ ਨੇ ਧਰਤੀ ਦੇ ਉੱਤੇ ਡਿੱਗੇ ਹੋਏ ਉਹਨਾਂ ਕੀੜਿਆਂ ਨੂੰ ਦੇਖਿਆ ਵੀ ਇਹ ਕੀੜੇ ਜਿਹੜੇ ਮੇਰੇ ਸਿਰ ਦੇ ਵਿੱਚ ਪਏ ਹੋਏ ਸਨ ਤੇ ਮੇਰੇ ਸਿਰ ਦੇ ਵਿੱਚ ਪਏ ਹੋਏ ਮੇਰੇ ਸਿਰ ਦਾ ਮਾਸ ਖਾ ਕੇ ਆਪਣਾ ਨਿਰਵਾਹ ਕਰਦੇ ਪਏ ਸਨ, ਇਹ ਕੀੜੇ ਹੁਣ ਧਰਤੀ ਦੇ ਉੱਤੇ ਡਿੱਗ ਪਏ ਹਨ। ਤੇ ਇਹ ਕੀੜੇ ਜਿਹੜੇ ਨੇ ਕੁਝ ਸਮੇਂ ਦੇ ਵਿੱਚ ਇਹ ਕੀੜੇ ਜਿਹੜੇ ਹਨ ਇਹ ਮਰ ਜਾਣਗੇ, ਕਿਉਂਕਿ ਮਾਸ ਕਹਾਂ ਤੇ ਪੱਖੇ ਇਹੀ ਮਰੇ ਤੁਰੰਤ ਪੈਰ ਜੋ ਧਰਦੇ ਹੀ। ਜਾਂ ਤੇ ਇਹ ਭੁੱਖ ਦੇ ਨਾਲ ਮਰ ਜਾਣਗੇ। ਇਹ ਮੇਰੇ ਸਿਰ ਦੇ ਵਿੱਚ ਰਹਿੰਦੇ ਸਨ, ਜਿਉਂਦੇ ਸਨ, ਕਿਉਂਕਿ ਇਹਨਾਂ ਨੂੰ ਖਾਣ ਵਾਸਤੇ ਮੇਰੇ ਸਿਰ ਦੇ ਵਿੱਚੋਂ ਮਾਸ ਮਿਲਦਾ ਸੀ। ਹੁਣ ਧਰਤੀ ਦੇ ਉੱਤੇ ਡਿੱਗ ਪਏ ਹਨ, ਹੁਣ ਇਹਨਾਂ ਨੂੰ ਇੱਕ ਤੇ ਖਾਣ ਵਾਸਤੇ ਮਾਸ ਨਹੀਂ ਮਿਲਣਾ ਤੇ ਦੂਸਰਾ ਹੋ ਸਕਦਾ ਕਿਸੇ ਦਾ ਪੈਰ ਇਹਨਾਂ ਦੇ ਉੱਪਰ ਆ ਜਾਏ ਤੇ ਇਹ ਤਾਂ ਵੀ ਆਪਣੀ ਜਾਨ ਜਿਹੜੀ ਹੈ ਗਵਾ ਦੇਣਗੇ, ਤਾਂ ਵੀ ਇਹ ਮਰ ਜਾਣਗੇ। ਤੋ ਇਨ ਕੇ ਜੀਵਨ ਕੇਰ ਉਪਾਏ ਮਮ ਸਿਰ ਬਿਨਾ ਨਾ ਜਾਣੇ ਜਾਏ। ਜੇ ਇਹਨਾਂ ਨੂੰ ਜਿਉਂਦੇ ਰੱਖਣਾ ਹੈ, ਜੇ ਇਹਨਾਂ ਨੂੰ ਮਰਨ ਤੋਂ ਬਚਾਉਣਾ ਹੈ ਤੇ ਮੇਰੇ ਸਿਰ ਤੋਂ ਬਗੈਰ ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਇਹ ਕੀੜੇ ਜਿਹੜੇ ਹਨ ਇਹ ਜਿਉਂਦੇ ਰਹਿ ਸਕਣ। ਤੇ ਸੰਤੋਖ ਸਿੰਘ ਕਹਿੰਦਾ ਫਿਰ ਦਇਆ ਧਾਰ ਸੋ ਲੀਏ ਉਠਾਏ ਜਹ ਤੇ ਗਿਰੇ ਦਏ ਤਹ ਪਾਏ ਇਸ ਥਲ ਪਾਲਨ ਹੋਏ ਇਨਕੇਰਾ ਪਖਿਆਨ ਕਰੇ ਮਾਸ ਸਿਰ ਮੇਰਾ। ਭਾਈ ਮੇਹੇ ਨੇ ਕੀ ਕੀਤਾ, ਧਰਤੀ ਦੇ ਉੱਤੇ ਡਿਗੇ ਹੋਏ ਕੀੜਿਆਂ ਨੂੰ ਧਰਤੀ ਤੋਂ ਚੱਕ ਕੇ ਫਿਰ ਆਪਣੇ ਸਿਰ ਦੇ ਵਿੱਚ ਜਿੱਥੇ ਜ਼ਖਮ ਹੋਇਆ ਸੀ ਉੱਥੇ ਰੱਖਣਾ ਸ਼ੁਰੂ ਕਰ ਦਿੱਤਾ, ਇਹ ਸੋਚ ਕੇ ਕਿ ਇਹਨਾਂ ਦੀ ਪਾਲਣਾ ਇਸੇ ਤਰੀਕੇ ਦੇ ਨਾਲ ਹੀ ਹੋ ਸਕਦੀ ਹੈ, ਇਹ ਇਸੇ ਤਰੀਕੇ ਦੇ ਨਾਲ ਹੀ ਜਿਉਂਦੇ ਰਹਿ ਸਕਦੇ ਹਨ। ਮੇਰੇ ਸਿਰ ਦੇ ਵਿੱਚ ਰਹਿਣਗੇ, ਉੱਥੇ ਇਹ ਸੁਰੱਖਿਅਤ ਹਨ, ਉੱਥੇ ਇਹਨਾਂ ਨੂੰ ਖਾਣ ਵਾਸਤੇ ਇਹਨਾਂ ਦਾ ਭੋਜਨ ਮੇਰੇ ਸਿਰ ਦਾ ਮਾਸ ਵੀ ਮਿਲੇਗਾ। ਜੇ ਬਾਹਰ ਪਏ ਰਹਿ ਗਏ, ਇੱਕ ਤਾਂ ਇਹਨਾਂ ਨੇ ਭੁੱਖੇ ਮਰ ਜਾਣਾ ਹੈ ਜਾਂ ਇਹਨਾਂ ਨੇ ਕਿਸੇ ਦੇ ਪੈਰਾਂ ਥੱਲੇ ਆਣ ਕੇ ਮਰ ਜਾਣਾ ਹੈ। ਤੋ ਸੰਤੋਖ ਸਿੰਘ ਕਹਿੰਦਾ ਕਿ ਮੇਹੇ ਨੇ ਧਰਤੀ ਦੇ ਉੱਤੇ ਡਿਗੇ ਹੋਏ ਉਹਨਾਂ ਕੀੜਿਆਂ ਨੂੰ ਫਿਰ ਚੱਕ ਕੇ ਆਪਣੇ ਸਿਰ ਦੇ ਵਿੱਚ ਰੱਖ ਕੇ ਉਸੇ ਤਰੀਕੇ ਦੇ ਨਾਲ ਉੱਪਰ ਦੀ ਇਹਨੂੰ ਜਿਹੜਾ ਸੀ ਉਹ ਬੰਨ੍ਹ ਲਿਆ। ਹੁਣ ਮਾਤ ਨਾਨਕੀ ਨੇ ਤਿਸ ਦੇਖਾ ਹਿਰਦੇ ਉਪਾਈ ਦਇਆ ਵਿਸ਼ੇਖਾ। ਕਹਿੰਦੇ ਨੇ ਮਾਤਾ ਨਾਨਕੀ ਜੀ ਨੇ ਦੇਖ ਲਿਆ। ਮਾਤਾ ਨਾਨਕੀ ਜੀ ਜੋ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਮਾਤਾ ਹੈ, ਉਹਨਾਂ ਨੇ ਭਾਈ ਮੀਹੇ ਨੂੰ ਦੇਖ ਲਿਆ ਕਿ ਇਸ ਦੇ ਆਪਣੇ ਸਿਰ ਦੇ ਉੱਤੋਂ ਜਿਸ ਵੇਲੇ ਕੱਪੜਾ ਉਤਾਰਿਆ ਕੁਝ ਕੀੜੇ ਹੇਠਾਂ ਧਰਤੀ ਦੇ ਉੱਤੇ ਡਿਗੇ, ਸਿਰ ਦੇ ਵਿੱਚ ਇਸ ਦੇ ਜ਼ਖਮ ਹੋਇਆ ਹੈ ਤੇ ਧਰਤੀ ਦੇ ਉੱਤੇ ਡਿਗੇ ਹੋਏ ਕੀੜਿਆਂ ਨੂੰ ਇਸ ਨੇ ਫਿਰ ਚੁੱਕ ਕੇ ਆਪਣੇ ਸਿਰ ਦੇ ਵਿੱਚ ਰੱਖ ਕੇ ਉੱਪਰ ਦੀ ਉਸੇ ਤਰੀਕੇ ਦੇ ਨਾਲ ਪਟਕਾ ਜਿਹੜਾ ਹੈ ਇਹਨੂੰ ਜਿਹੜਾ ਹੈ ਉਹ ਬੰਨ੍ਹ ਲਿਆ। ਫਿਰ ਇਸੇ ਪ੍ਰਸੰਗ ਦੇ ਵਿੱਚ ਅਗਾਂਹ ਜਾ ਕੇ ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਮਾਤਾ ਜੀ ਨੇ
ਇਹ ਸਾਰੀ ਵਾਰਤਾ ਜਿਹੜੀ ਹੈ ਉਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਦੱਸੀ ਕਿ ਪਾਤਸ਼ਾਹ ਤੁਸੀਂ ਦੇਖੋ ਕਿ ਉਹ ਸਿੱਖ ਜਿਹੜਾ ਹੈ ਉਹ ਕਿੰਨੀ ਸਖਤ ਘਾਲਣਾ ਘਾਲਦਾ ਪਿਆ ਹੈ। ਮੈਂ ਅੱਜ ਉਸ ਨੂੰ ਆਪ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਹਨ, ਤੇ ਜੇ ਕਿਧਰੇ ਕੀੜੇ ਧਰਤੀ ਦੇ ਉੱਤੇ ਡਿੱਗ ਪੈਂਦੇ ਹਨ, ਉਹ ਉਹਨਾਂ ਡਿੱਗੇ ਹੋਏ ਕੀੜਿਆਂ ਨੂੰ ਫਿਰ ਚੱਕ ਕੇ ਆਪਣੇ ਸਿਰ ਦੇ ਵਿੱਚ ਟਿਕਾ ਲੈਂਦਾ ਹੈ, ਇਸ ਵਾਸਤੇ ਕਿ ਕਿਧਰੇ ਇਹ ਕੀੜੇ ਜਿਹੜੇ ਹਨ ਇਹ ਮਰ ਨਾ ਜਾਵਣ। ਤੇ ਕਵੀ ਸੰਤੋਖ ਸਿੰਘ ਜੀ ਦੇ ਬੋਲ ਨੇ ਕਿ ਮਾਤ ਨਾਨਕੀ ਤੇ ਸੁਨ ਬੈਣ, ਕਰੁਣਾ ਭਰੇ ਰਸੀਲੇ ਨੈਣ, ਅਵਲੋਕਤ ਸੋ ਲੀਨ ਬੁਲਾਏ, ਜਾਨੀ ਸੇਵ ਮਹਾ ਸਫਲਾਏ। ਇਸੇ ਅਧਿਆਏ ਦੇ 28ਵੇਂ 29ਵੇਂ ਅੰਕ ਦੇ ਉੱਤੇ ਤੁਸੀਂ ਜਦੋਂ ਪੜ੍ਹਦੇ ਹੋ, ਕਿਉਂਕਿ ਬੜੇ ਵਿਸਥਾਰ ਦੇ ਵਿੱਚ ਇਹ ਸਾਰਾ ਪ੍ਰਸੰਗ ਸੰਤੋਖ ਸਿੰਘ ਨੇ ਲਿਖਿਆ ਹੈ। ਸੰਤੋਖ ਸਿੰਘ ਕਹਿੰਦਾ ਕਿ ਮਾਤਾ ਜੀ ਦੇ ਕੋਲੋਂ ਇਹ ਬੋਲ ਸੁਣ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭਾਈ ਮੀਹੇ ਨੂੰ ਆਪਣੇ ਕੋਲ ਬੁਲਾ ਲਿਆ ਔਰ ਕੋਲ ਬੁਲਾ ਕੇ ਉਸ ਨੂੰ ਆਖਿਆ ਕਿ ਤੇਰੀ ਸੇਵਾ ਜਿਹੜੀ ਹੈ ਉਹ ਸਫਲ ਹੋਈ ਹੈ। ਫਿਰ ਸਤਿਗੁਰਾਂ ਨੇ ਸੇਵਾ ਦਾ ਮਹਾਤਮ, ਸੇਵਾ ਦੇ ਜਿਹੜੇ ਫਲ ਮਿਲਦੇ ਹਨ, ਉਹਦਾ ਸਾਰਾ ਵਿਸਥਾਰ ਕਵੀ ਸੰਤੋਖ ਸਿੰਘ ਨੇ ਸਤਿਗੁਰਾਂ ਦੇ ਮੂੰਹੋਂ ਇਸ ਅਧਿਆਏ ਦੇ ਵਿੱਚ ਅਖਵਾਇਆ ਹੈ। ਔਰ ਫਿਰ ਅਖੀਰ ਤੇ ਜਾ ਕੇ ਜਦੋਂ 38ਵੇਂ 39ਵੇਂ ਅੰਕ ਦੇ ਉੱਤੇ ਤੁਸੀਂ ਪੜ੍ਹਦੇ ਹੋ, ਉੱਥੇ ਸੰਤੋਖ ਸਿੰਘ ਕਹਿੰਦੇ ਕਿ ਮੇਹੇ ਕੀ ਸੇਵਾ ਕੋ ਦੇਖ, ਗੁਰੂ ਪ੍ਰਸੰਨ ਭਏ ਸੋ ਵਿਸ਼ੇਖ, ਨਿਕਟ ਬਿਠਾਏ ਕਹਿਓ ਭਗਵੰਤਾ, ਅਬ ਸੰਤਨ ਕੋ ਬਣੋ ਮਹੰਤਾ। ਮੇਹੇ ਦੀ ਸੇਵਾ ਦੇਖ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ, ਉਸ ਨੂੰ ਆਪਣੇ ਪਾਸ ਬਿਠਾਇਆ ਤੇ ਪਾਸ ਬਿਠਾ ਕੇ ਸਤਿਗੁਰਾਂ ਨੇ ਆਖਿਆ ਵੀ ਅਬ ਸੰਤਨ ਕੋ ਬਣੋ ਮਹੰਤਾ, ਤੂੰ ਸੰਤਾਂ ਦਾ ਮਹੰਤ ਬਣ। ਭਾਵ ਗੁਰੂ ਤੇਗ ਬਹਾਦਰ ਪਾਤਸ਼ਾਹ ਉਸ ਭਾਈ ਮੀਹੇ ਦੇ ਨਾਮ ਦੇ ਉੱਤੇ ਇੱਕ ਸੰਪਰਦਾ ਜਿਹੜੀ ਹੈ ਉਹ ਚਲਾ ਰਹੇ ਹਨ। ਤੇ ਹੋਰ ਅਗਲੀ ਹਾਸੋਹੀਣੀ ਗੱਲ ਜਿਹੜੀ ਕਵੀ ਸੰਤੋਖ ਸਿੰਘ ਲਿਖਦਾ ਪਿਆ ਹੈ, ਉਹ ਲਿਖਦਾ ਵੀ ਕੁਸ਼ਕ ਕਾਮਨਾ ਚਹਿ ਵਡਿਆਈ, ਜਾਂਤੇ ਲੇਹੋ ਮਹੰਤੀ ਪਾਈ, ਸਿਰ ਕੇ ਕਿਰਮ ਬਣੇ ਸਿੱਖ ਤੇਰੇ, ਤੂੰ ਇਨ ਚਾਹਤ ਸ਼ਰੇ ਕਨੇਰੇ। ਕਿ ਤੈਨੂੰ ਜਿਹੜੀ ਇਸ ਗੱਲ ਦੀ ਚਿੰਤਾ ਹੈ ਕਿ ਜਿਹੜੇ ਮੇਰੇ ਸਿਰ ਦੇ ਵਿੱਚ ਕੀੜੇ ਪਏ ਹੋਏ ਹਨ, ਜੇ ਇਹ ਮੇਰੇ ਸਿਰ ਦੇ ਵਿੱਚੋਂ ਬਾਹਰ ਨਿਕਲ ਗਏ ਤੇ ਇਹਨਾਂ ਨੇ ਭੁੱਖੇ ਮਰ ਜਾਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਤੂੰ ਫਿਕਰ ਨਾ ਕਰ, ਜਦੋਂ ਤੂੰ ਮਹੰਤ ਬਣ ਜਾਏਗਾ, ਆਪਣੀ ਸੰਪਰਦਾ ਚਲਾਏਗਾ, ਇਹ ਜਿਹੜੇ ਕੀੜੇ ਹਨ ਇਹ ਅਗਲੇ ਜਨਮ ਦੇ ਵਿੱਚ ਆਣ ਕੇ ਤੇਰੇ ਸਿੱਖ ਬਣਨਗੇ। ਹੁਣ ਮੀਹਾਂ ਦਾਸੀਏ, ਮੀਹਾਂ ਸ਼ਾਹੀਏ ਜਿਹੜੀ ਸੰਪਰਦਾ ਉਦਾਸੀਆਂ ਦੇ ਵਿੱਚ ਪ੍ਰਚਲਿਤ ਹੈ, ਮਸ਼ਹੂਰ ਹੈ, ਉਸ ਦਾ ਇਤਿਹਾਸ ਕਵੀ ਸੰਤੋਖ ਸਿੰਘ ਇਹ ਲਿਖਦਾ ਪਿਆ ਹੈ ਕਿ ਇਸ ਸੰਪਰਦਾ ਦਾ ਮੁਖੀ ਭਾਈ ਮੀਹਾ ਸੇਵਾ ਕਰਦਾ ਹੈ, ਪਰ ਸੇਵਾ ਕਰਦਿਆਂ ਕਰਦਿਆਂ ਉਸ ਦੇ ਸਿਰ ਦੇ ਵਿੱਚ ਕੀੜੇ ਪੈ ਚੁੱਕੇ ਸਨ, ਤੇ ਜੇ ਕਿਧਰੇ ਸਿਰ ਤੋਂ ਪਟਕਾ ਉਤਾਰਿਆ, ਕੀੜੇ ਧਰਤੀ ਦੇ ਉੱਤੇ ਡਿਗੇ, ਤੇ ਭਾਈ ਮੀਹਾ ਉਸ ਡਿਗੇ ਹੋਏ ਕੀੜਿਆਂ ਨੂੰ ਧਰਤੀ ਤੋਂ ਚੁੱਕ ਚੁੱਕ ਕੇ ਫਿਰ ਆਪਣੇ ਸਿਰ ਦੇ ਵਿੱਚ ਰੱਖੀ ਗਿਆ, ਇਸ ਖਿਆਲ ਦੇ ਨਾਲ ਕਿ ਜੇ ਇਹ ਕੀੜੇ ਧਰਤੀ ਦੇ ਉੱਤੇ ਪੈ ਰਹਿ ਗਏ ਤੇ ਇਹ ਮਰ ਜਾਣਗੇ, ਇਹਨਾਂ ਨੂੰ ਇਹਨਾਂ ਦੀ ਖੁਰਾਕ ਨਹੀਂ ਮਿਲੇਗੀ। ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਚੱਲਦਾ ਤੇ ਸਤਿਗੁਰੂ ਭਾਈ ਮੀਹੇ ਦੇ ਨਾਮ ਦੇ ਉੱਤੇ ਇੱਕ ਸੰਪਰਦਾ ਚਲਾਉਂਦੇ ਨੇ ਤੇ ਨਾਲ ਇਹ ਵਰ ਦਿੰਦੇ ਨੇ ਕਿ ਇਹ ਜਿਹੜੇ ਤੇਰੇ ਸਿਰ ਦੇ ਕੀੜੇ ਹਨ ਇਹ ਤੇਰੇ ਸਿੱਖ ਬਣਨਗੇ। ਜਾਣੀ ਕਿ ਜਿਤਨੇ ਵੀ ਮੀਹਾਂ ਦਾਸੀਏ ਨੇ ਜਾਂ ਮੀਹਾਂ ਸ਼ਾਹੀਏ ਨੇ, ਜਿਹੜੇ ਉਸ ਸੰਪਰਦਾ ਦੇ ਸਾਧੂ ਨੇ, ਇਹ ਆਪਣੇ ਪਿਛਲੇ ਜਨਮਾਂ ਦੇ ਵਿੱਚ ਉਹ ਕੀੜੇ ਮਕੌੜੇ ਸਨ ਜਿਹੜੇ ਭਾਈ ਮੀਹੇ ਦੇ ਸਿਰ ਦੇ ਵਿੱਚ ਪਏ ਹੋਏ ਸਨ। ਇਹ ਉਹ ਗ੍ਰੰਥ ਦੇ ਪ੍ਰਸੰਗ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਇਤਿਹਾਸਕ ਸਰੋਤ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬਾਨ ਦੀ ਹੀ ਨਿਆਈ ਮੰਜੀ ਸਾਹਿਬ ਦੇ ਉੱਤੇ ਜਿਸ ਗ੍ਰੰਥ ਦਾ ਪ੍ਰਕਾਸ਼ ਕਰਦੇ ਹਾਂ, ਜਿਸ ਗ੍ਰੰਥ ਦੇ ਉੱਤੇ ਰੁਮਾਲੇ ਚੜਾਉਂਦੇ ਹਾਂ, ਜਿਸ ਗ੍ਰੰਥ ਦੀ ਹਰ ਰੋਜ਼ ਅਸੀਂ ਕਥਾ ਸੁਣਾਉਂਦੇ ਹਾਂ, ਇਹ ਕਹਿ ਕੇ ਕਿ ਇਹਦੇ ਤੋਂ ਬਗੈਰ ਸਾਨੂੰ ਸਾਡਾ ਇਤਿਹਾਸ ਦਾ ਪਤਾ ਨਹੀਂ ਚੱਲੇਗਾ। ਪਿਛਲੀ ਵੀਡੀਓ ਦੇ ਵਿੱਚ ਆਪਾਂ ਵਿਚਾਰਿਆ ਸੀ ਕਿ ਜੇ ਸੰਤੋਖ ਸਿੰਘ
ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਲਿਖਦਾ ਹੈ ਤੇ ਉੱਥੇ ਵੀ ਲਿਖਦਾ ਹੈ ਕਿ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪੈਰ ਦੇ ਅੰਗੂਠੇ ਦੇ ਉੱਤੇ ਕੋੜ ਹੋਇਆ ਸੀ। ਜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਲਿਖਦਾ ਹੈ ਤੇ ਉੱਥੇ ਵੀ ਲਿਖਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 12 ਸਾਲ ਤੱਕ ਇਸ਼ਨਾਨ ਹੀ ਨਹੀਂ ਕੀਤਾ, 12 ਸਾਲ ਤੱਕ ਆਪਣੇ ਕੇਸ ਹੀ ਨਹੀਂ ਵਾਏ। ਜਿਹੜਾ ਪਟਕਾ ਸਤਿਗੁਰਾਂ ਵੱਲੋਂ ਮਿਲਦਾ ਸੀ ਹਰ ਸਾਲ, ਉਸ ਨੂੰ ਆਪਣੇ ਸਿਰ ਦੇ ਉੱਪਰ ਘੁੱਟ ਕੇ ਬੰਨ੍ਹ ਲੈਂਦੇ ਸਨ। ਤੇ 12 ਸਾਲਾਂ ਬਾਅਦ ਜਿਸ ਵੇਲੇ ਉਹ ਸਿਰ ਤੋਂ ਸਾਰੇ ਦਾ ਸਾਰਾ ਮੁਕਟ ਉਤਾਰਿਆ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਿਰ ਦੇ ਵਿੱਚ ਵੀ ਕੀੜੇ ਪਏ ਹੋਏ ਸਨ। ਜੇ ਹੁਣ ਗੁਰੂ ਕੇ ਸੇਵਾ ਕਰਨ ਵਾਲੇ ਇੱਕ ਸਿੱਖ ਦਾ ਇਤਿਹਾਸ ਲਿਖਦਾ ਹੈ ਤੇ ਕਵੀ ਸੰਤੋਖ ਸਿੰਘ ਉੱਥੇ ਵੀ ਇਸ ਤੋਂ ਵੀ ਇੱਕ ਕਦਮ ਹੋਰ ਅਗਾਂਹ ਜਾ ਕੇ ਲਿਖ ਦਿੰਦਾ ਹੈ ਕਿ ਭਾਈ ਮੀਂਹੇ ਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਸਨ ਤੇ ਜੇ ਕਿਧਰੇ ਉਹ ਕੀੜੇ ਧਰਤੀ ਦੇ ਉੱਤੇ ਡਿੱਗ ਪੈਂਦੇ ਸਨ ਤੇ ਭਾਈ ਮੀਂਹਾ ਧਰਤੀ ਦੇ ਉੱਤੇ ਡਿੱਗੇ ਹੋਏ ਕੀੜਿਆਂ ਨੂੰ ਚੱਕ ਕੇ ਫਿਰ ਆਪਣੇ ਸਿਰ ਦੇ ਪਏ ਹੋਏ ਜ਼ਖਮਾਂ ਦੇ ਵਿੱਚ ਰੱਖ ਦਿੰਦਾ, ਇਸ ਵਾਸਤੇ ਕਿ ਕਿਧਰੇ ਇਹ ਮਰ ਨਾ ਜਾਣ, ਕਿਧਰੇ ਪਾਪ ਨਾ ਹੋ ਜਾਏ, ਕਿਧਰੇ ਹਿੰਸਾ ਨਾ ਹੋ ਜਾਏ। ਹੁਣ ਵਿਚਾਰਨਾ ਪਏਗਾ ਕਿ ਇੱਕ ਪਾਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹ ਸ਼ਲੋਕ ਉਚਾਰਨ ਕਰਦੇ ਨੇ ਜਿਹੜਾ ਜੈਨ ਮਤ ਦੇ ਉੱਤੇ ਇੱਕ ਬਹੁਤ ਤਕੜੀ ਚੋਟ ਮਾਰਦਾ ਸੀ ਕਿ ਸਿਰ ਖੋਹਾਏ ਪੀਐ ਮਲਵਾਣੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰ ਖੋਹਾਇਨ ਭਰੀਆਂ ਹੱਥ ਸੁਆਹੀ। ਉਸ ਸਾਰੇ ਸ਼ਲੋਕ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੋਟ ਮਾਰਦੇ ਨੇ ਜੈਨੀਆਂ ਦੇ ਉਸ ਵਿਸ਼ਵਾਸ ਦੇ ਉੱਤੇ, ਜਿਨ੍ਹਾਂ ਨੇ ਕੇਵਲ ਇਹਨਾਂ ਆਪਣੇ ਜੀਵਨ ਦਾ ਇੱਕ ਮਕਸਦ ਮੰਨ ਕੇ ਰੱਖਿਆ ਹੋਇਆ ਸੀ ਕਿ ਕਿਧਰੇ ਜੀਵ ਹਿੰਸਾ ਨਾ ਹੋ ਜਾਏ। ਜੀਵ ਹਿੰਸਾ ਹੋਣੀ ਇਹ ਸਭ ਤੋਂ ਵੱਡਾ ਪਾਪ ਹੈ। ਆਪਣੇ ਸਿਰ ਦੇ ਵਾਲ ਇਸ ਵਾਸਤੇ ਪੁੱਟ ਸੁੱਟਦੇ ਸਨ ਕਿ ਕਿਧਰੇ ਸਿਰ ਦੇ ਵਿੱਚ ਜੂਆਂ ਪੈ ਗਈਆਂ ਤੇ ਫਿਰ ਉਹ ਮਰਨਗੀਆਂ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਪੂਰੇ ਸ਼ਲੋਕ ਦੇ ਅੰਦਰ ਜੈਨੀਆਂ ਦੇ ਉਸ ਮੰਨੇ ਜਾਂਦੇ ਧਾਰਮਿਕ ਵਿਸ਼ਵਾਸ ਦਾ ਖੰਡਨ ਕਰਦੇ ਹਨ। ਤੇ ਪਰ ਦੂਸਰੇ ਪਾਸੇ ਜਦੋਂ ਸਿੱਖ ਇਤਿਹਾਸ ਨੂੰ ਗੁਰ ਇਤਿਹਾਸ ਨੂੰ ਲਿਖਿਆ ਜਾ ਰਿਹਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਸ ਫਲਸਫੇ ਦੇ ਉਲਟ ਜਾਂਦਿਆਂ ਹੋਇਆਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਵਿੱਚ ਵੀ ਕੀੜੇ ਪਾਏ ਜਾ ਰਹੇ ਨੇ ਔਰ ਗੁਰੂ ਕੇ ਸਿੱਖ ਭਾਈ ਮੀਂਹੇ ਦੇ ਸੀਸ ਦੇ ਵਿੱਚ ਵੀ ਕਵੀ ਸੰਤੋਖ ਸਿੰਘ ਜਿਹੜਾ ਹੈ ਕੀੜੇ ਪਾ ਰਿਹਾ ਹੈ, ਬਲਕਿ ਡਿੱਗੇ ਹੋਏ ਕੀੜਿਆਂ ਨੂੰ ਫਿਰ ਤੋਂ ਆਪਣੇ ਸਿਰ ਦੇ ਵਿੱਚ ਰਖਵਾ ਰਿਹਾ ਹੈ ਭਾਈ ਮੀਂਹੇ ਦੇ ਕੋਲੋਂ, ਇਸੇ ਖਿਆਲ ਦੇ ਨਾਲ ਕਿ ਕਿਧਰੇ ਇਹ ਕੀੜੇ ਜਿਹੜੇ ਹਨ ਇਹ ਮਰ ਨਾ ਜਾਣ, ਕਿਧਰੇ ਹਿੰਸਾ ਨਾ ਹੋ ਜਾਏ, ਕਿਧਰੇ ਪਾਪ ਨਾ ਹੋ ਜਾਏ। ਤੇ ਸੋਚਣਾ ਪਏਗਾ ਇਹ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਗੁਰੂ ਕੇ ਸਿੱਖਾਂ ਦਾ ਜੀਵਨ ਲਿਖਿਆ ਜਾ ਰਿਹਾ ਹੈ ਜਾਂ ਕਿਸੇ ਜੈਨ ਮਤ ਦੇ ਵਿਸ਼ਵਾਸ ਨੂੰ ਇਹਨਾਂ ਕਥਾ ਕਹਾਣੀਆਂ ਦੀ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ ਕਿ ਸਾਡੀਆਂ ਸੰਪਰਦਾਵਾਂ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਚਲਾਈਆਂ ਸਨ ਕਿ ਕਿਸੇ ਸਿੱਖ ਨੂੰ ਦੇਖਿਆ ਕਿ ਉਸ ਦੇ ਸਿਰ ਦੇ ਵਿੱਚ ਕੀੜੇ ਪੈ ਗਏ ਨੇ, ਬਜਾਏ ਕਿ ਉਸ ਸਿੱਖ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਤਾੜਨਾ ਕਰਦੇ, ਉਸ ਨੂੰ ਵਰਜਦੇ, ਸਹੀ ਸਮੇਂ ਦੇ ਉੱਤੇ ਆਪਣਾ ਸਹੀ ਇਲਾਜ ਕਰਵਾਉਣ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ। ਸੰਤੋਖ ਸਿੰਘ ਕਹਿੰਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖੁਸ਼ ਹੋ ਕੇ ਉਹਦੇ ਨਾਮ ਦੇ ਉੱਤੇ ਸੰਪਰਦਾ ਹੀ ਚਲਾ ਦਿੱਤੀ ਤੇ ਜਿਹੜੇ ਸਿਰ ਦੇ ਵਿੱਚ ਪਏ ਹੋਏ ਕੀੜੇ ਸਨ ਉਹਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਵਰ ਦਿੱਤਾ ਕਿ ਇਹ ਅਗਲੇ ਜਨਮ ਦੇ ਅੰਦਰ ਇਸੇ ਸੰਪਰਦਾ ਦੇ ਸਾਧੂ ਬਣਨਗੇ, ਇਸੇ ਸੰਪਰਦਾ ਦੇ ਸਿੱਖ ਬਣਨਗੇ। ਕਿ ਸਾਡੀਆਂ ਸੰਪਰਦਾਵਾਂ ਦਾ ਮੁੱਢ ਜਿਹੜਾ ਹੈ ਇਸ ਤਰੀਕੇ ਦੇ ਨਾਲ ਬੱਝਾ ਹੋਇਆ ਕਿ ਇਸ ਗੱਲ ਨੂੰ ਮੰਨ ਲਿਆ ਜਾਏ। ਇਸੇ ਤਰੀਕੇ ਦੇ ਨਾਲ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਜਦੋਂ ਨਿਹੰਗ ਸਿੰਘਾਂ ਦੀ ਸੰਪਰਦਾ ਦਾ ਜ਼ਿਕਰ ਆਉਂਦਾ ਹੈ ਤਾਂ ਸੰਤੋਖ ਸਿੰਘ ਨੇ ਨਿਹੰਗ ਸਿੰਘਾਂ ਦੀ ਸੰਪਰਦਾ ਦਾ ਨਾਮ ਭਾਈ ਮਾਨ ਸਿੰਘ ਦੇ ਨਾਮ ਦੇ ਨਾਲ ਜੋੜਿਆ ਹੈ। ਭਾਈ ਮਾਨ ਸਿੰਘ ਜੋ ਕਿ ਉਹਨਾਂ 3 ਸਿੱਖਾਂ ਦੇ ਵਿੱਚੋਂ ਇੱਕ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚੋਂ ਜਿਉਂਦੇ ਬਾਹਰ ਨਿਕਲੇ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ।
ਪਰ ਜਿੱਥੇ ਨਿਹੰਗ ਸਿੰਘਾਂ ਦੀ ਸੰਪਰਦਾ ਦਾ ਸੰਬੰਧ ਭਾਈ ਮਾਨ ਸਿੰਘ ਦੇ ਨਾਲ ਜੋੜਿਆ ਹੈ, ਉੱਥੇ ਵੀ ਸੰਤੋਖ ਸਿੰਘ ਨੇ ਇੱਕ ਇਹੋ ਜਿਹੀ ਕਹਾਣੀ ਲਿਖ ਕੇ ਪਾ ਦਿੱਤੀ ਹੈ, ਜਿਹੜੀ ਕਹਾਣੀ ਆਪਣੇ ਆਪ ਦੇ ਵਿੱਚ ਹਾਸੋਹੀਣੀ ਤੇ ਹੈ ਹੀ, ਪਰ ਨਾਲ ਦੀ ਨਾਲ ਸਿੱਖੀ ਕਿਰਦਾਰ ਨੂੰ, ਸਿੱਖੀ ਸਿਧਾਂਤਾਂ ਨੂੰ ਵੀ ਦਾਗੀ ਕਰਨ ਵਾਲੀ ਹੈ। ਮੈਂ ਚਾਹੁੰਦਾ ਸੰਖੇਪ ਦੇ ਵਿੱਚ ਤੁਸੀਂ ਉਹ ਕਹਾਣੀ ਵੀ ਸਕਰੀਨ ਦੇ ਉੱਪਰ ਦੇਖ ਲਓ। ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰੁੱਤ ਹੈ ਤੇ 6ਵੀਂ ਰੁੱਤ ਦਾ 44ਵਾਂ ਅਧਿਆਇ ਹੈ, ਜਿਸ ਦਾ ਸਿਰਲੇਖ ਹੈ 3 ਸਿੰਘਾਂ ਦਾ ਗੁਰੂ ਜੀ ਨੂੰ ਮਿਲਣਾ ਤੇ ਗੁਲਾਬੇ ਮਸੰਦ ਦੇ ਬਾਗ ਦੇ ਵਿੱਚ ਡੇਰਾ। ਇਸ ਪ੍ਰਸੰਗ ਦੇ ਵਿੱਚ ਦੱਸਿਆ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾਂਦੇ ਹਨ, ਜਿੱਥੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹ ਤਿੰਨੇ ਸਿੱਖ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਉੱਥੇ ਜਾ ਕੇ ਮਿਲਦੇ ਹਨ ਤੇ ਉੱਥੋਂ ਚੱਲ ਕੇ ਫਿਰ ਗੁਰੂ ਸਾਹਿਬ ਜੀ ਗੁਲਾਬੇ ਮਸੰਦ ਦੇ ਬਾਗ ਦੇ ਵਿੱਚ ਆਣ ਕੇ ਆਪਣਾ ਡੇਰਾ ਜਿਹੜਾ ਹੈ ਉਹ ਲਗਾਉਂਦੇ ਹਨ। ਸੋ ਇਸ ਪ੍ਰਸੰਗ ਦੇ ਜਿਸ ਵੇਲੇ ਤੁਸੀਂ 39ਵੇਂ ਅਧਿਆਏ ਦੇ ਉੱਪਰ ਪੜ੍ਹਦੇ ਹੋ, ਉੱਥੇ ਬੋਲ ਲਿਖੇ ਹਨ ਕਿ ਸੇਵਾ ਕਰਨ ਮੋਹਿ ਫਰਮਾਵੋ, ਅਬ ਲਾਖੋ ਕਹਿ ਅਬੈ ਮੰਗਾਵੋ। ਗੁਰੂ ਸਾਹਿਬ ਜੀ ਨੂੰ ਗੁਲਾਬਾ ਆਣ ਕੇ ਪੁੱਛਦਾ ਹੈ, ਪਾਤਸ਼ਾਹ ਮੈਨੂੰ ਕੋਈ ਸੇਵਾ ਦੱਸੋ, ਕਿਸੇ ਵਸਤੂ ਦੀ ਜ਼ਰੂਰਤ ਹੋਵੇ ਤੇ ਮੈਂ ਹੁਣੇ ਹੀ ਉਹ ਵਸਤੂ ਜਿਹੜੀ ਹੈ ਆਪ ਜੀ ਨੂੰ ਲਿਆ ਕੇ ਦੇ ਦਿੰਦਾ ਹਾਂ। ਤੋ ਸੰਤੋਖ ਸਿੰਘ ਕਹਿੰਦਾ ਕਿ ਉਸ ਵੇਲੇ ਸ਼੍ਰੀ ਮੁਖ ਤੇ ਤਿਹ ਸੰਗ ਉਚਾਰਾ, ਸੁੱਖਾ ਮਿਰਚਾਂ ਆਨ ਉਦਾਰਾ, ਬਿਨਾ ਅਮਲ ਬਹੁ ਸਮਾਂ ਬਤੀਤਾ, ਪਾਨ ਕਰੈ ਹੁਲਸੈ ਤਬ ਚੀਤਾ। ਇਸ ਪ੍ਰਸੰਗ ਨੂੰ ਵਿਚਾਰਨ ਤੋਂ ਪਹਿਲਾਂ ਇਹ ਗੱਲ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਇਹ ਉਹ ਸਮਾਂ ਹੈ ਜਦੋਂ ਇੱਕ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਸਾਹਿਬਜ਼ਾਦੇ 40 ਸਿੱਖ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਨੇ। ਵੈਰੀਆਂ ਨੇ ਕੋਹ ਕੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ। ਉਸ ਤੋਂ ਇੱਕ ਦਿਨ ਬਾਅਦ ਦਾ ਇਹ ਪ੍ਰਸੰਗ ਹੈ ਕਿ ਗੁਲਾਬਾ ਆਣ ਕੇ ਸਤਿਗੁਰਾਂ ਦੇ ਕੋਲੋਂ ਸੇਵਾ ਪੁੱਛਦਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੇਵਾ ਇਹ ਦੱਸਦੇ ਨੇ, ਕਹਿੰਦੇ ਵੀ ਇੰਜ ਕਰ, ਸਾਡੇ ਵਾਸਤੇ ਸੁੱਖਾ ਲੈ ਕੇ ਆ, ਕਾਲੀਆਂ ਮਿਰਚਾਂ ਲੈ ਕੇ ਆ। ਕਿਉਂ? ਕਹਿੰਦੇ ਨੇ ਬਿਨਾ ਅਮਲ ਬਹੁ ਸਮਾਂ ਬਤੀਤਾ, ਪਾਨ ਕਰੈ ਹੁਲਸੈ ਤਬ ਚੀਤਾ। ਸਾਨੂੰ ਨਸ਼ਾ ਕੀਤੇ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਹੈ, ਅਸੀਂ ਹੁਣ ਨਸ਼ਾ ਪੀਣਾ ਚਾਹੁੰਦੇ ਹਾਂ ਤਾਂ ਜੋ ਹੁਲਸੈ ਤਬ ਚੀਤਾ, ਤਾਂ ਸਾਡੇ ਚਿੱਤ ਨੂੰ ਪ੍ਰਸੰਨਤਾ ਮਿਲੇ, ਤਾਂ ਸਾਡੇ ਚਿੱਤ ਨੂੰ ਖੁਸ਼ੀ ਮਿਲੇ। ਤੋ ਸੁਣ ਤੋ ਗੁਲਾਬਾ ਤੂਰਨ ਗਇਓ, ਜਾਏ ਬਾਜ਼ਾਰ ਖਰੀਦਨ ਕੀਓ, ਜਬ ਗੁਰ ਉਪਬਨ ਬੈਠੇ ਜਾਏ, ਕਾਮਾ ਗਮਨਿਓ ਪੁਰ ਸਹਿਸਾਏ। ਤੋ ਗੁਲਾਬਾ ਸਤਿਗੁਰਾਂ ਦਾ ਹੁਕਮ ਮੰਨ ਕੇ ਉਸੇ ਵੇਲੇ ਤੁਰੰਤ ਬਾਜ਼ਾਰ ਨੂੰ ਚਲਿਆ ਗਿਆ ਸੁੱਖਾ ਖਰੀਦਣ ਵਾਸਤੇ। ਇਸ ਤੋਂ ਹੁਣ ਅਗਲੀ ਜਿਹੜੀ ਗੱਲ ਲਿਖੀ ਹੈ, ਦੇਖਣਾ ਕਿਹੋ ਜਿਹੀ ਤਸਵੀਰ ਹੈ ਜਿਹੜੀ ਕਵੀ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਇਸ ਇਤਿਹਾਸ ਦੀ ਰਾਹੀਂ ਸਾਡੇ ਸਾਹਮਣੇ ਰੱਖਦਾ ਪਿਆ ਹੈ। ਸੰਤੋਖ ਸਿੰਘ ਕਹਿੰਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਉਸ ਵੇਲੇ ਬਹੁਤ ਜ਼ਿਆਦਾ ਖੁਸ਼ਕੀ ਹੋਈ ਸੀ। ਖੁਸ਼ਕੀ ਕਿਉਂ ਹੋਈ? ਕਹਿੰਦਾ ਖੁਸ਼ਕੀ ਅਰਕ ਦੂਧ ਤੇ ਹੋਈ, ਬਾਂਸ਼ਿਤ ਅਮਲ ਪੀਣ ਤੇ ਸੋਈ। ਕਿ ਜਦੋਂ ਰਸਤੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਨਸ਼ੇ ਦੀ ਬਹੁਤ ਜ਼ਿਆਦਾ ਤੋਟ ਲੱਗੀ ਹੋਈ ਸੀ, ਨਸ਼ੇ ਦੀ ਲੋੜ ਮਹਿਸੂਸ ਹੋ ਰਹੀ ਸੀ ਗੁਰੂ ਪਾਤਸ਼ਾਹ ਜੀ ਨੂੰ, ਤੇ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਨਸ਼ੇ ਦੀ ਲੋੜ ਨੂੰ ਪੂਰੀਆਂ ਕਰਨ ਵਾਸਤੇ ਅੱਕ ਦਾ ਦੁੱਧ ਪੀਤਾ। ਜਾਣੀ ਕਿ ਇਤਨੇ ਜ਼ਿਆਦਾ ਨਸ਼ਿਆਂ ਦਾ ਆਦੀ ਜਿਹੜਾ ਹੈ ਸੰਤੋਖ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਦੱਸ ਰਿਹਾ ਹੈ। ਅਸੀਂ ਫਿਰ ਵੀ ਉਸ ਨੂੰ ਮਹਾਨ ਕਵੀ ਕਹਿ ਰਹੇ ਹਾਂ, ਅਸੀਂ ਫਿਰ ਵੀ ਉਸ ਦੀਆਂ ਤਸਵੀਰਾਂ ਆਪਣੇ ਕੇਂਦਰੀ ਸਿੱਖਾਂ ਦੇ ਅਜਾਇਬ ਘਰ ਦੇ ਵਿੱਚ ਸਜਾ ਕੇ ਰੱਖੀਆਂ ਹੋਈਆਂ ਹਨ। ਉਹ ਕਹਿੰਦਾ ਖੁਸ਼ਕੀ ਅਰਕ ਦੂਧ ਤੇ ਹੋਈ, ਬਾਂਸ਼ਿਤ ਅਮਲ ਪੀਣ ਤੇ ਸੋਈ। ਕਿ ਜਦੋਂ ਸਤਿਗੁਰਾਂ ਨੂੰ ਨਸ਼ੇ ਦੀ ਤੋਟ ਲੱਗੀ ਤੇ ਨਸ਼ੇ ਦੀ ਲੋੜ ਨੂੰ ਪੂਰੀਆਂ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਅੱਕ ਦਾ ਦੁੱਧ ਪੀ ਕੇ ਆਪਣੇ ਨਸ਼ੇ ਦੀ ਤੋਟ ਜਿਹੜੀ ਸੀ ਉਸ ਨੂੰ ਦੂਰ ਕੀਤਾ। ਤੇ ਅੱਕ ਦਾ ਦੁੱਧ ਪੀਤਾ ਇਸ ਵਾਸਤੇ ਸਤਿਗੁਰਾਂ ਦੇ ਸਰੀਰ ਨੂੰ ਬਹੁਤ ਜ਼ਿਆਦਾ ਖੁਸ਼ਕੀ ਚੜੀ ਹੋਈ ਸੀ। ਤੋ ਬੂਝੇ ਤਬ ਵੀ ਸੰਗੀ ਤੀਨ ਸੁੱਖਾ ਕਿਸਕੇ ਨਿਕਟ ਕਹੀ ਨਾ।
ਤੋ ਸਤਿਗੁਰਾਂ ਦੇ ਜਿਹੜੇ 3 ਸੰਗੀ ਸਾਥੀ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਸਤਿਗੁਰੂ ਉਹਨਾਂ ਦੇ ਕੋਲੋਂ ਪੁੱਛਦੇ ਨੇ ਵੀ ਤੁਹਾਡੇ ਕੋਲ ਕਿਸੇ ਕੋਲ ਵੀ ਕੋਈ ਥੋੜਾ ਬਹੁਤਾ ਸੁੱਖਾ ਹੈ ਜਾਂ ਨਹੀਂ। ਤੋ ਮਾਨ ਸਿੰਘ ਕੇ ਥੋ ਕੁਛ ਪਾਲੇ, ਸੁਣ ਕਰ ਗੁਰ ਤੇ ਖੋੜ ਨਿਕਾਲੇ। ਉਸ ਵੇਲੇ ਸੰਤੋਖ ਸਿੰਘ ਕਹਿੰਦਾ ਕਿ ਭਾਈ ਮਾਨ ਸਿੰਘ ਦੇ ਪੱਲੇ ਥੋੜਾ ਜਿਹਾ ਸੁੱਖਾ ਪਿਆ ਹੋਇਆ ਸੀ, ਬੱਝਾ ਪਿਆ ਹੋਇਆ ਸੀ। ਉਸ ਨੇ ਸੁੱਖਾ ਕੱਢ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਰੱਖਿਆ। ਥੋੜਾ ਹੋ ਤੋ ਤਿਆਰ ਕਰ ਦਿਓ, ਤਿਖਾ ਸਹਿਤ ਸੋ ਪੀਵਨ ਕੀਓ। ਯਾਨੀ ਕਿ ਸੰਤੋਖ ਸਿੰਘ ਕਹਿੰਦਾ ਕਿ ਗੁਲਾਬਾ ਨਸ਼ਾ ਲੈਣ ਵਾਸਤੇ, ਸੁੱਖਾ ਲੈਣ ਵਾਸਤੇ ਬਾਜ਼ਾਰ ਨੂੰ ਗਿਆ ਹੋਇਆ ਹੈ, ਪਰ ਸਤਿਗੁਰੂ ਉਸ ਦੀ ਉਡੀਕ ਵੀ ਨਹੀਂ ਕਰ ਸਕੇ। ਤੇ ਸਿੱਖਾਂ ਦੇ ਕੋਲੋਂ ਪੁੱਛਦੇ ਨੇ ਕਿ ਜਿਤਨੀ ਦੇਰ ਨੂੰ ਗੁਲਾਬਾ ਨਹੀਂ ਆਉਂਦਾ, ਕਿ ਤੁਹਾਡੇ ਕੋਲ ਕੋਈ ਥੋੜਾ ਬਹੁਤਾ ਵੀ ਸੁੱਖਾ ਬਾਕੀ ਬਚਿਆ ਹੈ ਜਾਂ ਨਹੀਂ ਹੈ। ਗੁਲਾਬੇ ਨੇ ਆਉਂਦਿਆਂ ਅਜੇ ਸਮਾਂ ਲਗਾਉਣਾ ਹੈ, ਉਹਦੇ ਆਉਣ ਤੋਂ ਪਹਿਲਾਂ ਜੇ ਤੁਹਾਡੇ ਕੋਲ ਕੋਈ ਥੋੜਾ ਬਹੁਤਾ ਸੁੱਖਾ ਹੈ ਤੇ ਮੈਨੂੰ ਦਿਓ, ਮੈਨੂੰ ਉਸ ਦੀ ਜ਼ਰੂਰਤ ਹੈ। ਤੇ ਭਾਈ ਮਾਨ ਸਿੰਘ ਜੀ ਦੇ ਪਾਸ ਥੋੜਾ ਜਿਹਾ ਸੁੱਖਾ ਪਿਆ ਸੀ, ਉਸ ਨੇ ਉਹ ਤਿਆਰ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਤਾ। ਔਰ ਸੰਤੋਖ ਸਿੰਘ ਕਹਿੰਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜਾ ਥੋੜਾ ਜਿਹਾ ਭੰਗ ਦਾ, ਸੁੱਖੇ ਦਾ ਨਸ਼ਾ ਸਤਿਗੁਰਾਂ ਨੂੰ ਦਿੱਤਾ। ਸਤਿਗੁਰਾਂ ਨੇ ਉਸ ਨਸ਼ੇ ਨੂੰ, ਉਸ ਸੁੱਖੇ ਨੂੰ ਸਤਿਗੁਰਾਂ ਨੇ ਪੀ ਲਿਆ। ਤੇ ਫਿਰ ਲਿਖਦਾ ਹੋਏ ਪ੍ਰਸੰਨ ਬਰ ਦੇਵਤ ਜੋਵੈ, ਪੰਥ ਖਾਲਸੇ ਮਹਿ ਤੁਮ ਹੋਵੈ। ਉਸ ਵੇਲੇ ਕਿਉਂਕਿ ਮਾਨ ਸਿੰਘ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਥੋੜਾ ਜਿਹਾ ਸੁੱਖਾ ਦਿੱਤਾ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਭਾਈ ਮਾਨ ਸਿੰਘ ਨੂੰ ਵਰ ਦਿੰਦੇ ਨੇ। ਕੀ ਵਰ ਦਿੰਦੇ ਨੇ? ਕਹਿੰਦੇ ਨੇ ਪੰਥ ਖਾਲਸੇ ਮਹਿ ਤੁਮ ਹੋਵੈ। ਖਾਲਸਾ ਪੰਥ ਦੇ ਵਿੱਚ ਤੇਰੇ ਵਰਗੇ ਸਿੱਖ ਹੋਣਗੇ। ਤੁਝ ਸਮ ਬੇਖ ਸੁਭਾਓ ਵਿਸਾਲੀ, ਨਾਮ ਨਿਹੰਗ ਅਨੇਕ ਅਕਾਲੀ। ਉਹਨਾਂ ਦਾ ਤੇਰੇ ਵਰਗਾ ਸੁਭਾਅ ਹੋਏਗਾ, ਉਹਨਾਂ ਦਾ ਤੇਰੇ ਵਰਗਾ ਪਹਿਰਾਵਾ ਹੋਵੇਗਾ ਤੇ ਉਹਨਾਂ ਦਾ ਨਾਮ ਕੀ ਹੋਏਗਾ? ਨਿਹੰਗ ਹੋਵੇਗਾ। ਜਾਣੀ ਕਿ ਨਿਹੰਗ, ਅਕਾਲੀ ਨਿਹੰਗ। ਇਹ ਸੰਪਰਦਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਾਨ ਸਿੰਘ ਨੂੰ ਵਰ ਦੇ ਕੇ ਚਲਾਈ। ਤੇ ਵਰ ਕਿਸ ਵਾਸਤੇ ਦਿੱਤਾ? ਕਿਉਂਕਿ ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਨਸ਼ੇ ਦੀ, ਸੁੱਖੇ ਦੀ ਤੋਟ ਆਈ ਹੋਈ ਸੀ, ਉਸ ਵੇਲੇ ਭਾਈ ਮਾਨ ਸਿੰਘ ਦੇ ਪਾਸ ਹੀ ਥੋੜਾ ਜਿਹਾ ਸੁੱਖਾ ਸੀ ਜਿਹੜਾ ਉਸਨੇ ਤਿਆਰ ਕਰਕੇ ਸਤਿਗੁਰਾਂ ਨੂੰ ਦੇ ਦਿੱਤਾ। ਇਹਦਾ ਭਾਵ ਇਹ ਨਿਕਲਦਾ ਕਿ ਜਿਹੜੀ ਇਹ ਨਿਹੰਗ ਸੰਪਰਦਾ ਹੈ, ਨਿਹੰਗ ਪ੍ਰਥਾ ਹੈ, ਇਸ ਦੀ ਬੁਨਿਆਦ ਜਿਹੜੀ ਹੈ, ਇਸ ਦੀ ਨੀਂਹ ਜਿਹੜੀ ਹੈ, ਉਹ ਭੰਗ ਦੇ ਨਸ਼ੇ ਦੇ ਉੱਤੇ ਰੱਖੀ ਗਈ ਹੈ। ਇਸ ਵਾਸਤੇ ਇਹ ਨਿਹੰਗ ਲੋਕ ਆਪਣੀਆਂ ਸੰਪਰਦਾਵਾਂ ਦੇ ਵਿੱਚ, ਆਪਣੇ ਡੇਰਿਆਂ ਦੇ ਵਿੱਚ ਨਸ਼ਿਆਂ ਦੀ ਵਰਤੋਂ ਕਰਨੀ, ਸੁੱਖੇ ਦੀ ਵਰਤੋਂ ਕਰਨੀ, ਅਫੀਮ ਦੀ ਵਰਤੋਂ ਕਰਨੀ, ਇਹੋ ਜਿਹੇ ਨਸ਼ਿਆਂ ਦੀ ਵਰਤੋਂ ਕਰਨ ਨੂੰ ਇਹ ਮਰਜ਼ਾਦਾ ਮੰਨਦੇ ਹਨ, ਇਹ ਜ਼ਰੂਰੀ ਮੰਨਦੇ ਹਨ। ਬਲਕਿ ਇਹੋ ਜਿਹੇ ਨਸ਼ੇ ਤਿਆਰ ਕਰ ਕਰਕੇ ਉਹਨਾਂ ਦੇ ਅੱਗੇ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਅਰਦਾਸਾਂ ਕਰਕੇ ਉਹਨਾਂ ਨਸ਼ਿਆਂ ਦਾ, ਉਹਨਾਂ ਸੁੱਖੇ ਦਾ ਭੋਗ ਵੀ ਸਤਿਗੁਰਾਂ ਨੂੰ ਲਗਵਾਇਆ ਜਾਂਦਾ ਹੈ। ਹੁਣ ਕੀ ਆਖੀਏ ਕਿ ਗੁਰੂ ਸਾਹਿਬ ਜੀ ਨੇ ਇਹ ਸੰਪਰਦਾਵਾਂ ਜਿਹੜੀਆਂ ਨੇ ਇਸ ਵਾਸਤੇ ਚਲਾਈਆਂ, ਕਿਧਰੇ ਕਿਸੇ ਸਿੱਖ ਦੇ ਸਿਰ ਦੇ ਵਿੱਚ ਕੀੜੇ ਪੈ ਗਏ ਤੇ ਗੁਰੂ ਸਾਹਿਬ ਜੀ ਨੇ ਉਹਦੇ ਨਾਂ ਦੇ ਉੱਤੇ ਸੰਪਰਦਾ ਚਲਾ ਦਿੱਤੀ। ਕਿਧਰੇ ਕਿਸੇ ਨੇ ਸੁੱਖਾ ਜਿਹੜਾ ਹੈ, ਨਸ਼ਾ ਜਿਹੜਾ ਹੈ ਗੁਰੂ ਸਾਹਿਬ ਜੀ ਨੂੰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਥੋੜਾ ਜਿਹਾ ਨਸ਼ਾ ਲੈ ਕੇ ਉਹਦੇ ਬਦਲੇ ਦੇ ਵਿੱਚ ਸੰਪਰਦਾ ਚਲਾ ਦਿੱਤੀ। ਕਿਧਰੇ ਇਹੋ ਜਿਹੀ ਕਥਾ ਕਹਾਣੀਆਂ ਅਜਿਹੇ ਗ੍ਰੰਥਾਂ ਦੇ ਵਿੱਚੋਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਕਿਧਰੇ ਬਾਬਰ ਨੂੰ ਗੁਰੂ ਸਾਹਿਬ ਜੀ ਭੰਗ ਦੇ ਬਦਲੇ, 7 ਮੁੱਠਾਂ ਦੇ ਬਦਲੇ ਉਸ ਨੂੰ 7 ਪੁਸ਼ਤਾਂ ਦਾ ਰਾਜ ਦੇਈ ਜਾ ਰਹੇ ਨੇ। ਕੀ ਇਹ ਸਾਡਾ ਗੁਰ ਇਤਿਹਾਸ ਲਿਖਿਆ ਜਾ ਰਿਹਾ ਹੈ ਜਾਂ ਇਤਿਹਾਸ ਦੇ ਨਾਮ ਦੇ ਉੱਤੇ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਮਖੌਲ ਉਡਾਇਆ ਜਾ ਰਿਹਾ ਹੈ? ਨਿਹੰਗ ਲੋਕ ਬਿਨਾਂ ਸ਼ੱਕ ਨਸ਼ਿਆਂ ਦੀ ਵਰਤੋਂ ਕਰਨੀ ਆਪਣਾ ਜਮਾਂਦਰੂ ਹੱਕ ਮੰਨ ਲੈਣ, ਬਿਨਾਂ ਸ਼ੱਕ ਨਸ਼ਿਆਂ ਦੀ ਵਰਤੋਂ ਕਰਨ ਇਹਨੂੰ ਉਹ ਮਰਜ਼ਾਦਾ ਦਾ ਨਾਮ ਦੇ ਲੈਣ। ਪਰ ਇਹਦੇ ਨਾਲ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਵੀ ਕਲੰਕਿਤ ਹੋ ਰਹੇ ਨੇ। ਇਹ ਪ੍ਰਸੰਗ ਦੱਸਦੇ ਪਏ ਨੇ ਕਿ ਗੁਰੂ ਸਾਹਿਬਾਨ ਨਸ਼ਿਆਂ ਦੀ ਵਰਤੋਂ ਕਰਦੇ ਸਨ। ਗੁਰੂ ਸਾਹਿਬਾਨਾਂ ਦੇ ਪਿਆਰੇ ਸਿੱਖ ਜਿਹੜੇ ਹਨ ਉਹ ਨਸ਼ਿਆਂ ਦੀ ਵਰਤੋਂ ਕਰਦੇ ਸਨ। ਜੇ ਅਨੰਦਪੁਰ ਛੱਡਣ ਤੋਂ ਬਾਅਦ
ਜੇ ਸਰਸਾ ਨਦੀ ਦੇ ਕਿਨਾਰੇ ਤੇ ਪਰਿਵਾਰ ਦਾ ਵਿਛੋੜਾ ਪੈਣ ਤੋਂ ਬਾਅਦ, ਜੇ ਚਮਕੌਰ ਦੀ ਗੜੀ ਦੇ ਵਿੱਚ 40 ਸਿੱਖਾਂ ਦੇ ਸ਼ਹੀਦ ਹੋਣ ਤੋਂ ਬਾਅਦ, ਜੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਿਆਰੇ ਪੁੱਤਰਾਂ ਨੂੰ ਕੋਹ ਕੇ ਮਰਦਿਆਂ ਹੋਇਆਂ ਦੇਖਣ ਤੋਂ ਬਾਅਦ, ਜੇ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਦੇ ਵਿੱਚ ਚਿਣੇ ਜਾਣ ਦਾ ਪ੍ਰਸੰਗ ਸੁਣਨ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਪਏ ਨੇ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਪਏ ਨੇ, ਆਨੰਦ ਦੇ ਵਿੱਚ ਵਿਚਰਦੇ ਪਏ ਨੇ, ਮੱਥੇ ਦੇ ਉੱਤੇ ਵੱਟ ਨਹੀਂ ਪੈਂਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ। ਤੇ ਇਹ ਗ੍ਰੰਥ ਕਹਿੰਦੇ ਨੇ ਇਹ ਸਾਰੀ ਦੀ ਸਾਰੀ ਕਿਰਪਾ ਜਿਹੜੀ ਹੈ ਇਹ ਨਸ਼ਿਆਂ ਦੀ ਸੀ। ਗੁਰੂ ਸਾਹਿਬ ਨਸ਼ਿਆਂ ਦੇ ਵਿੱਚ ਮਸਤ ਰਹਿੰਦੇ ਸਨ। ਬਿਨਾਂ ਸ਼ੱਕ ਇਹ ਗ੍ਰੰਥ ਸਾਨੂੰ ਨਸ਼ੇ ਕਰਨ ਦੀ ਪ੍ਰੇਰਣਾ ਦੇ ਰਹੇ ਹਨ, ਨਸ਼ਿਆਂ ਦੀ ਦਲਦਲ ਦੇ ਵਿੱਚ ਸਾਨੂੰ ਧਕੇਲਦੇ ਪਏ ਹਨ ਕਿ ਜੇ ਕਿਸੇ ਮਨੁੱਖ ਨੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੋਵੇ ਤੇ ਉਸ ਮਨੁੱਖ ਨੂੰ ਨਸ਼ਿਆਂ ਦੀ ਵਰਤੋਂ ਜਿਹੜੀ ਹੈ ਉਹ ਬੇਝਿਜਕ ਹੋ ਕੇ ਕਰਨੀ ਚਾਹੀਦੀ ਹੈ। ਵੈਸੇ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਸਵਾਲ ਵਿਚਾਰਨ ਵਾਲਾ ਹੈ, ਸਬੱਬ ਬਣਿਆ ਤੇ ਆਉਣ ਵਾਲੇ ਸਮੇਂ ਦੇ ਅੰਦਰ ਕਦੇ ਇਸ ਬਾਰੇ ਵੀ ਖੁੱਲ੍ਹ ਕੇ ਵਿਚਾਰ ਕਰਾਂਗੇ ਕਿ ਕੀ ਵਾਕਿਆ ਹੀ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਇਹੋ ਜਿਹੀਆਂ ਸੰਪਰਦਾਵਾਂ ਚਲਾਈਆਂ ਵੀ ਸਨ ਜਾਂ ਨਹੀਂ ਚਲਾਈਆਂ ਸਨ। ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ 10 ਗੁਰੂ ਸਾਹਿਬਾਨਾਂ ਨੇ ਇੱਕੋ ਹੀ ਨਿਰਮਲ ਪੰਥ ਨੂੰ ਪ੍ਰਚਾਰਿਆ ਸੀ, ਇੱਕੋ ਹੀ ਸਾਂਝਾ ਉਪਦੇਸ਼ ਸਾਰਿਆਂ ਨੂੰ ਦਿੱਤਾ ਸੀ, ਜਾਂ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਹੀ ਇਹ ਵੱਖਰੀਆਂ ਵੱਖਰੀਆਂ ਸੰਪਰਦਾਵਾਂ, ਵੱਖਰੀਆਂ ਵੱਖਰੀਆਂ ਟਕਸਾਲਾਂ, ਵੱਖਰੇ ਵੱਖਰੇ ਡੇਰੇ ਬਣਾ ਕੇ ਇਹ ਸਿੱਖ ਧਰਮ ਦੇ ਵੱਖੋ ਵੱਖਰੇ ਫਿਰਕੇ ਗੁਰੂ ਸਾਹਿਬ ਜੀ ਨੇ ਆਪ ਹੀ ਪ੍ਰਚਾਰ ਦਿੱਤੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।